ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੀਆਂ ਕੜੀਆਂ ਅਸੀਂ ਮਾਣ ਰਹੇ ਹਾਂ। ਭਾਵੇਂ ਗੁਰੂ ਦਰਬਾਰ ਹਾਜ਼ਰੀਨ ਹੋਣ ਦਾ ਸੁਭਾਗ ਮਿਲਿਆ ਹੈ, ਜਾਂ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਜਾਂ ਹੋਰ ਮੀਡੀਆ ਸੋਰਸਿਸ ਰਾਹੀਂ ਗੁਰ ਸ਼ਬਦ ਦੇ ਨਾਲ ਸੁਰਤ ਨੂੰ ਅਹਿਸਾਸਣ ਦਾ ਸਮਾਂ ਬਣਿਆ। ਬਟ ਭਾਗੀ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ, ਇਸ ਵਿੱਚ ਬਿਲਾਵਲ ਰਾਗ ਦੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਪਾਵਨ ਵਾਕ ਅਸੀਂ ਵਿਚਾਰਦੇ ਹਾਂ। ਆਪ ਜੀ ਨੇ ਅਗਲੇਰਾ ਸ਼ਬਦ ਇਸ ਲੜੀ ਵਿੱਚ ਸਰਵਨ ਕੀਤਾ ਹੈ। ਰਹਾਉ ਦੇ ਬੰਦ ਤੋਂ ਵਿਚਾਰ ਹਮੇਸ਼ਾ ਦੀ ਤਰ੍ਹਾਂ ਹੀ ਪ੍ਰਾਰੰਭ ਕਰਾਂਗੇ। ਸਭ ਜ਼ਿਕਰ ਕਰਦੇ ਨੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਸਿਮਰ ਮਨਾ ਰਾਮ ਨਾਮ ਚਿਤਾਰੇ। ਬਾਕੀ ਤੇ ਪੰਜਾਬੀ ਦੇ ਲਫ਼ਜ਼ ਨੇ ਸਿਮਰ ਮਨਾ ਰਾਮ ਨਾਮ ਚਿਤਾਰੇ, ਮਤਲਬ ਚਿੱਤ ਵਿੱਚ ਚਿੱਤਰ ਕੇ, ਇਸ ਤਰੀਕੇ ਦੇ ਨਾਲ ਕਿਹਾ ਗਿਆ। ਇਸ ਤਰ੍ਹਾਂ ਜਾਣੋ, ਜੇ ਇਹਨੂੰ ਬਹੁਤ ਡਿਟੇਲ 'ਚ ਦੇਖਣਾ ਹੋਏ ਤੇ ਜਿਹੜਾ ਸਾਡਾ ਭਾਸ਼ਾ ਨਾਲ ਰਿਸ਼ਤਾ ਆ, ਇਹ ਚਿਹਨ ਅਤੇ ਚਿਹਨਤ ਦਾ ਆ। ਜਿਵੇਂ ਚੀਜ਼ਾਂ ਨੂੰ ਅਸੀਂ ਹੌਲੀ ਹੌਲੀ ਆਇਡੈਂਟੀਫਾਈ ਕਰਦੇ ਹਾਂ, ਚਿਹਨਦੇ ਹਾਂ, ਅਤੇ ਫਿਰ ਉਹ ਚੀਜ਼ਾਂ ਸਾਡੇ ਅੰਦਰ ਹੌਲੀ ਹੌਲੀ ਆ ਕੇ ਉਸ ਰੂਪ, ਉਸ ਵਜੂਦ ਵਿੱਚ ਵਸ ਜਾਂਦੀਆਂ ਨੇ। ਜਿਵੇਂ ਸਪੋਜ਼ ਕਰੋ, ਬਿਲਕੁਲ ਸਰਲ ਭਾਵ ਆ, ਬੰਦੇ ਨੂੰ ਇਸ ਕਰਤਾਰ ਦੀ ਕੁਦਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੌਲਤ ਮਿਲੀ ਹੈ, ਉਹ ਇਹਦੀ ਮੈਮਰੀ ਹੈ, ਇਹਦੀ ਚਿਤਵਨੀ ਹੈ। ਅਤੇ ਇਹ ਚਿਤਵਨੀ ਈਵਨ ਕਈ ਵਾਰੀ ਗੱਲਾਂ ਹੁੰਦੀਆਂ ਨੇ, ਬੰਦੇ ਕੋਲ 5th 6th ਸੈਂਸ ਆ, ਕਿਸੇ ਕੋਲ ਐਕਸਟਰਾ ਸੈਂਸ ਆ, ਇਸ ਕਿਸਮ ਦੇ ਨਾਲ ਅਸੀਂ ਗੱਲਾਂ ਕਰਦੇ। ਇਹਦੇ ਬਾਬਤ ਸਾਇੰਟੀਫਿਕਲੀ ਵੀ ਕਈ ਵਾਰੀ ਬਹੁਤ ਸਾਰੇ ਸਾਡੇ ਕੋਲ ਇਹੋ ਜਿਹੇ ਕਿਆਫੇ ਅਜ਼ੰਪਸ਼ਨਸ ਮਿਲ ਜਾਂਦੀਆਂ ਨੇ।
मतलब ਉਹ ਕੇਸ ਬਾਏ ਕੇਸ ਕਈ ਵਾਰ ਚੀਜ਼ਾਂ ਵੈਰੀ ਕਰਦੀਆਂ। ਆਮ ਦੁਨੀਆ ਵਿੱਚ ਤਾਂ ਅਕਸਰ ਇਹੋ ਜਿਹੇ ਲੋਕ ਮਿਲ ਜਾਂਦੇ ਜਿਹੜੇ ਕਿਸੇ ਨੂੰ ਭਵਿੱਖ ਵੀ ਦੱਸ ਦਿੰਦੇ ਨੇ, ਕੋਈ ਐਕਸਟਰਾ ਆਰਡੀਨਰੀ ਗੱਲ ਵੀ ਦੱਸ ਦਿੰਦੇ ਨੇ ਇਸ ਸਾਰੇ ਰੂਪ ਦੇ ਵਿੱਚ। ਪਰ ਜਿਹੜੀ ਵੱਡੀ ਚੀਜ਼ ਆ ਉਹ ਮਨੁੱਖ ਦੇ ਕੋਲ ਸਿਕਸਥ ਸੈਂਸ ਨਹੀਂ, ਬੰਦੇ ਦੀ ਚਿਤਵਨੀ, ਬੰਦੇ ਦੀ ਮੈਮਰੀ, ਬੰਦੇ ਦੀ ਇਨਰ ਐਬਿਲਿਟੀ ਹੈ ਜਿਹਦੇ ਅੰਦਰ ਇਹ ਬਹੁਤ ਕੁਛ ਸਟੋਰ ਕਰ ਸਕਦਾ, ਐਕਿਊਮੂਲੇਟ ਕਰ ਸਕਦਾ, ਉਸ ਨੂੰ ਰਿਸੋਰਸਫੁਲ ਵੇ ਨਾਲ ਯੂਜ਼ ਕਰ ਸਕਦਾ। ਇਹ ਸਭ ਉਸ ਕੁਦਰਤ ਨੇ ਦੇ ਅੰਦਰ ਪਾਈ ਹੈ। ਇਸ ਨੂੰ ਅੱਜ ਦੀ ਦੁਨੀਆ 'ਚ ਅਸੀਂ ਕੰਪਿਊਟਰ ਦੇ ਰੂਪ ਵਿੱਚ ਦੇਖਦੇ ਹੈਗੇ ਹਾਂ ਕਿ ਕੰਪਿਊਟਰ ਦੇ ਵਿੱਚ ਚੀਜ਼ਾਂ ਫੀਡ ਹੋਈ ਜਾਂਦੀਆਂ, ਸੌਫਟਵੇਅਰ ਬਣਾ ਦਿੱਤੇ ਗਏ। ਜਿਵੇਂ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਜਾਂਦੀ ਹੈਗੀ ਹੈ ਕਿ AI ਜਿਹੜੀ ਆ ਗਈ ਹੈਗੀ ਹੈ, ਐਲਗੋਰਿਦਮ ਦੀ ਗੱਲ ਆ ਗਈ ਹੈ। ਸਾਡੇ ਅਕਸਰ ਆਪਨੇ ਦੇਖਿਆ ਹੋਏਗਾ, ਤੁਸੀਂ ਆਪਣੇ ਡਿਵਾਈਸ 'ਤੇ, ਆਪਣੇ ਕੰਪਿਊਟਰ 'ਤੇ ਕੋਈ ਘਰ ਦੀ ਕੋਈ ਵੀ ਚੀਜ਼ ਛੋਟੀ ਮੋਟੀ ਵੈਸੇ ਹੀ ਗੂਗਲ ਕਰ ਦਿਓ, ਐਡਰੈਸ ਗੂਗਲ ਕਰ ਦਿਓ ਕਿਸੇ ਸਟੋਰ ਦਾ, ਅਤੇ ਉਸ ਤੋਂ ਬਾਅਦ ਤੁਸੀਂ ਕੋਈ ਸੋਸ਼ਲ ਮੀਡੀਆ ਅਕਾਊਂਟ ਜਾਓਗੇ, ਤੁਸੀਂ ਕਿਸੇ ਕੁਝ ਆਪਣੇ ਤੌਰ 'ਤੇ ਆਪਣੀ ਈਮੇਲਸ ਖੋਲੋਗੇ, ਕੁਝ ਉਹਦੀਆਂ ਸਾਈਡਾਂ 'ਤੇ ਉਸੇ ਕਿਸਮ ਦੀਆਂ ਐਡਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਰਾਈਟ ਵੇ। ਮਤਲਬ ਇਹੀ ਐਕਚੁਅਲੀ ਜਿਹੜਾ ਹੈਗਾ ਆ ਅੱਜ ਕੱਲ੍ਹ ਡਾਟਾ ਚੋਰੀ ਹੁੰਦੀ ਸਾਰੀ ਦੀ ਸਾਰੀ। ਉਹ ਐਲਗੋਰਿਦਮ ਜਿਹੜੀ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਕਿ ਇਹ ਬੰਦਾ ਇਹੋ ਜਿਹੀ ਚੀਜ਼ ਲੱਭ ਰਿਹਾ, ਇਹੋ ਜਿਹੇ ਬਿਜ਼ਨਸ ਇਹਦੇ ਕੋਲੋਂ ਪ੍ਰਾਪਤ ਹੋ ਸਕਦਾ ਹੈ, ਇਸ ਤੋਂ ਪਹਿਲਾਂ ਕਿ ਕਿਤੇ ਹੋਰ ਜਾਏ ਇਹਨੂੰ ਅਸੀਂ ਹੰਟ ਕਰ ਲਈਏ, ਅਸੀਂ ਇਸ ਨੂੰ ਜਿਹੜਾ ਹੈਗਾ ਆਪਣੇ ਕੋਲ ਲੈ ਆਈਏ, ਅਸੀਂ ਆਪਣੇ ਤੌਰ 'ਤੇ ਕਿਸੇ ਬਿਜ਼ਨਸ ਦੇ ਨਾਲ ਇਹਨੂੰ ਅੰਗੇਜ ਕਰ ਦਈਏ। ਇਸ ਕਿਸਮ ਦੀ ਚੀਜ਼ ਹੁੰਦੀ। ਈਵਨ ਮਤਲਬ ਹਿਊਮਨ ਬ੍ਰੇਨ ਤੇ ਬ੍ਰੇਨ ਹੀ ਹੈ ਨਾ, ਮੈਂ ਥੋੜ੍ਹੀ ਐਗਜ਼ਾਮਪਲ ਕਰ ਰਿਹਾ, ਉਹਦੇ 'ਚ ਅੱਜ ਕੱਲ੍ਹ ਉਹ ਵੀ ਲੋਕ ਆ ਗਏ ਜਿਵੇਂ ਸਾਡੇ ਆਪਣੇ ਕੁਝ ਬੱਚੇ ਨੇ ਜਿਹੜੇ ਇਸ ਕਿਸਮ ਦੇ ਨਾਲ ਵੀ ਅੱਜ ਕੱਲ੍ਹ ਸੌਫਟਵੇਅਰ ਰੈਡੀ ਕਰ ਰਹੇ ਨੇ ਕਿ ਜਿਹੜੀ ਐਲਗੋਰਿਦਮ ਹੈਗੀ ਹੈ ਇਹ ਮਲਟੀਨੈਸ਼ਨਲਸ ਨੇ ਤਾਂ ਕੰਮ ਕਰ ਹੀ ਰਹੀ ਹੈ। ਮਤਲਬ ਜਿਹੜੇ ਉਹਨਾਂ ਨੂੰ ਕੰਜ਼ਿਊਮਰ ਬੇਸਡ ਲੈਵਲ 'ਤੇ ਇਨਫੋਰਮ ਕਰਦੀ ਸਭ ਚੀਜ਼ਾਂ, ਕਿਉਂ ਨਾ ਕਸਟਮਰ ਦੀ ਫੇਵਰ 'ਚ ਵੀ ਕੰਮ ਕਰਨ ਵਾਲਾ ਕੁਝ ਤਿਆਰ ਕੀਤਾ ਜਾਏ। ਇਹੋ ਜਿਹੀਆਂ ਐਪਸ ਰੈਡੀ ਕੀਤੀਆਂ ਜਾਣ ਜਿਨ੍ਹਾਂ ਨੂੰ ਤੁਸੀਂ ਆਪਣੇ ਡਿਵਾਈਸ 'ਚ ਔਨ ਕਰ ਲਓ। ਤੁਸੀਂ ਸ਼ਾਮੀ ਕੋਈ ਚੀਜ਼ ਦੇਖ ਰਹੇ ਸੀਗੇ ਅਤੇ ਤੁਸੀਂ ਤੇ ਸੋ ਗਏ, ਸਾਰੀ ਰਾਤ ਡਿਵਾਈਸ ਉਸ ਸਰਚ 'ਚ ਕੰਮ ਕਰਦਾ ਰਹੇ। ਦਿਨ ਚੜ੍ਹੇ ਜੋ ਤੁਹਾਨੂੰ ਚਾਹੀਦਾ, ਜੋ ਤੁਹਾਨੂੰ ਲੱਭਣਾ ਚਾਹੁੰਦੇ ਉਹਦੇ ਬਾਬਤ ਉਹ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਤੁਹਾਡੇ ਵਾਸਤੇ ਰੈਡੀ ਕਰੇ। ਸੋ ਇਨ ਏ ਵੇ ਕਿ ਉਹਨੂੰ ਆਪੋਜ਼ਿਟ ਕਰਨ ਦੀ ਬਜਾਏ, ਉਹ ਦੂਸਰੇ ਪਾਸੇ ਕਰਨ ਦੀ ਬਜਾਏ ਉਸਨੂੰ ਤੁਹਾਡੀ ਫੇਵਰ 'ਚ ਲੈ ਆਂਦਾ ਜਾ। ਇਸ ਕਿਸਮ ਦੀਆਂ ਚੀਜ਼ਾਂ ਵੀ ਹੋ ਰਹੀਆਂ। ਪਰ ਇਹ ਸਾਰੇ ਦੇ ਵਿੱਚ ਜੇ ਆਪਾਂ ਦੇਖੀਏ ਐਕਚੁਅਲੀ ਸੋਰਸ ਤੇ ਹਿਊਮਨ ਇੰਟਲੈਕਟ ਹੀ ਹੈ, ਅਤੇ ਹਿਊਮਨ ਇੰਟਲੈਕਟ ਕੁਦਰਤ ਨੇ ਬਖਸ਼ਿਆ ਆ, ਅਤੇ ਉਸ ਇੰਟਲੈਕਟ ਦੇ ਵਿੱਚ ਚਿਤਵਨੀ, ਮਤਲਬ ਸਪੋਜ਼ ਕਰੋ ਜਿਹੜੀ ਮੁੱਖ ਚੀਜ਼ ਆ ਉਹ ਹੈ ਕਿ ਜਦੋਂ ਕੋਈ ਚੀਜ਼ ਯਾਦ ਹੀ ਨਹੀਂ ਰਹੇਗੀ ਵੀ ਕੀ ਕਰਨਾ ਆ, ਕਿਵੇਂ ਕਰਨਾ ਆ, ਕਿੱਧਰ ਕਰਨਾ ਆ, ਅਤੇ ਫਿਰ ਬੰਦਾ ਉਹਦੇ 'ਤੇ ਆਪਣੀ ਐਨਰਜੀ ਵੀ ਨਹੀਂ ਲਾ ਪਾਏਗਾ, ਆਪਣੀ ਫੋਰਸ ਵੀ ਨਹੀਂ ਲਾ ਪਾਏਗਾ। ਅਤੇ ਫਿਰ ਜਦੋਂ ਐਨਰਜੀ 'ਤੇ ਫੋਰਸ ਨਹੀਂ ਲਾਏਗਾ ਉਸ ਤਰੀਕੇ ਦੇ, ਉਸ ਰਾਹ ਦੇ ਉੱਤੇ ਕੁਝ ਸਿੱਟੇ ਵੀ ਨਹੀਂ ਨਿਕਲਣਗੇ। ਸੋ ਚਿਤਵਨੀ ਜਿਹੜੀ ਹੈ ਐਕਚੁਅਲੀ ਚੇਤੇ ਵਿੱਚ, ਮੈਮਰੀ ਦੇ ਵਿੱਚ ਚੀਜ਼ਾਂ ਨੂੰ ਆ ਜਾਣਾ। ਅਤੇ ਫਿਰ ਮੈਮਰੀ ਦੀਆਂ ਅੱਗੇ ਕਈ ਡਾਇਮੈਂਸ਼ਨਸ ਨੇ। ਕਾਰਮਿਕ ਮੈਮਰੀ ਵੀ ਹੈਗੀ ਹੈ ਸਾਡੀ, ਜੈਨੇਟਿਕ ਮੈਮਰੀ ਵੀ ਹੈਗੀ ਹੈ ਸਾਡੀ ਬਿਲਕੁਲ ਜਿਹੜੀ ਹੈ ਫਿਜ਼ੀਕਲ ਹੁਣੇ ਆ ਰਹੀ ਉਹ ਮੈਮਰੀ ਵੀ ਹੈਗੀ ਹੈ। ਇਹ ਸਭ ਚੀਜ਼ਾਂ ਨੇ। ਅਰਨਡ ਮੈਮਰੀ ਵੀ ਹੁੰਦੀ ਹੈ ਬੰਦੇ ਦੀ, ਬੰਦਾ ਕਿਤੋਂ ਨਾ ਕਿਤੋਂ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਇੱਧਰੋਂ ਉੱਧਰੋਂ ਪਕੜਾ ਕੇ ਆਪਣੀ ਸੁਰਤ 'ਚ ਪਾਉਂਦਾ। ਸੋ ਇਹ ਸਾਰੇ ਰੂਪ ਦੇ ਵਿੱਚ ਆ। ਪਰ ਇਹ ਸਾਰਿਆਂ ਦੇ ਅੰਦਰ ਜਿਹੜਾ ਬੇਸ ਆ ਕਿ ਤੁਹਾਨੂੰ ਆਪਣੇ ਖਿਆਲ ਸੋਚ ਵਿੱਚ, ਚੇਤੇ ਵਿੱਚ ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਪ੍ਰਭਾਵਸ਼ਾਲੀ ਚੀਜ਼ ਕਿਹੜੀ ਲੱਗਦੀ ਹੈ। ਜਿਹੜੀ ਚੀਜ਼ ਸਭ ਤੋਂ ਇੰਪੋਰਟੈਂਟ ਹੈ, ਜਿਵੇਂ ਸਪੋਜ਼ ਕਰੋ ਸਾਡਾ ਸਰਵਾਈਵਲ, ਇਹ ਬੰਦਾ ਜਿਸ ਮਰਜ਼ੀ ਹਾਲਤ 'ਚ ਹੋਏ, ਜਿਹੜਾ ਉਹਨੂੰ ਸਰਵਾਈਵਲ ਦਾ ਕੌਨਸੈਪਟ ਆ ਇਹ ਨਹੀਂ ਭੁੱਲਦਾ। ਹਾਂ, ਕਿਤੇ ਕਿਤੇ ਹੁੰਦਾ ਕੋਈ ਐਕਸੈਪਸ਼ਨਲ ਕੇਸ ਆ ਜਾਏ ਜਿੱਥੇ ਬੰਦਾ ਬਿਲਕੁਲ ਨੀਮ ਜਾਂ ਤਾਂ ਪਾਗਲ ਹੋ ਜਾਏ, ਉਹਨੂੰ ਪਤਾ ਹੀ ਨਹੀਂ ਲੱਗੇ ਉਹ ਤੁਰਿਆ ਜਾ ਰਿਹਾ, ਬਿਲਡਿੰਗ ਤੋਂ ਡਿੱਗ ਜਾਏ, ਉਹਨੂੰ ਪਤਾ ਹੀ ਨਹੀਂ ਮੈਂ ਡਿੱਗ ਕੇ ਮਰ ਜਾਵਾਂਗਾ, ਛਾਲ ਮਾਰ ਦੇ ਸਰੂਪ ਦੇ ਵਿੱਚ। ਦੈਟ ਇਜ਼ ਕਾਈਂਡ ਆਫ ਉਹਦੀ ਸੁਰਤ ਗਵਾਚ ਗਈ। ਇਹੋ ਜਿਹੇ ਕੇਸਿਸ ਵੀ ਹੁੰਦੇ ਨੇ। ਜਾਂ ਕਿਤੇ ਕੋਈ ਇਸ ਲੈਵਲ 'ਤੇ ਕੋਈ ਨੌਲੇਜ, ਕੋਈ
ਗਿਆਨ ਕਮਾ ਲਵੇ ਕਿ ਉਹਨੂੰ ਲੱਗੇ ਕਿ ਓਕੇ, ਜੇ ਮੇਰੇ ਇਕੱਲੇ ਦੇ ਖਤਮ ਹੋ ਜਾਣ ਦੇ ਨਾਲ ਵੀ ਜੇ ਮੈਂ ਸਰਵਾਈਵ ਨਾ ਵੀ ਕਰ ਸਕਾਂ ਤੇ ਮੇਰੇ ਜਾਣ ਦੇ ਨਾਲ ਕੋਈ ਹੋਰ ਸਰਵਾਈਵ ਕਰਦਾ ਤੇ ਕੋਈ ਵੱਡਾ ਵਿਜ਼ਨ ਤੇ ਮਿਸ਼ਨ ਪੂਰਾ ਹੋ ਜਾਂਦਾ, ਆਈ ਵਿਲ ਡੂ ਦੈਟ। ਇਹਦੇ 'ਚ ਇਹ ਵੀ ਹੈ, ਲੋਕਾਂ ਨੂੰ ਕਈ ਵਾਰੀ ਇੱਕ ਤਰ੍ਹਾਂ ਦੇ ਨਾਲ ਹਿਪਨੋਟਾਈਜ਼ ਵੀ ਕਰ ਲਿਆ ਜਾਂਦਾ ਆ, ਬ੍ਰੇਨ ਵਾਸ਼ ਜਿਹਨੂੰ ਕਹਿੰਦੇ ਹਾਂ ਅਸੀਂ। ਇਹ ਡਿਪੈਂਡ ਕਰਦਾ ਆ, ਆਪ ਦੇਖੋਗੇ ਜਿਹੜੇ ਲੋਕ ਥੋੜ੍ਹੇ ਬਹੁਤੇ ਡਿਸਟਰਬ ਫੈਮਲੀਜ਼ ਵਿੱਚੋਂ ਆਉਂਦੇ ਨੇ, ਡਿਸਟਰੈਕਸ਼ਨ ਹੋਏ ਕਿਤੇ ਆਲੇ ਦੁਆਲੇ, ਉਸ ਕਿਸਮ ਦੀ ਡਿਵੈਲਪਮੈਂਟ ਨਾ ਹੋਈ ਹੋਏ, ਤੇ ਉਹਨਾਂ ਲੋਕਾਂ ਨੂੰ ਉਸ ਐਕਸਪੋਜ਼ਰ ਨਾ ਹੋਣ ਕਰਕੇ, ਲੈਸ ਐਕਸਪੋਜ਼ਰ ਹੋਣ ਕਰਕੇ ਵਲਨਰੇਬਲ ਹੁੰਦੇ ਨੇ, ਉਹਨਾਂ ਨੂੰ ਟਾਰਗੇਟ ਵੀ ਕਰ ਲਿਆ ਜਾਂਦਾ ਆ, ਜਿਵੇਂ ਤਾਲੀਬਾਨ ਕਰਦਾ, ਆਈਸਿਸ ਕਰਦਾ। ਬੜੇ ਇਹੋ ਜਿਹੇ ਲੋਕ, ਹੋਰ ਬਹੁਤ ਸੇ ਗਰੁੱਪ ਇਹੋ ਜਿਹੇ ਮਿਲ ਜਾਣਗੇ ਤੁਹਾਨੂੰ, ਜਿਹੜੇ ਉਹਨਾਂ ਨੂੰ ਕਹਿਣਗੇ ਵੀ ਇਹ ਬੜਾ ਵੱਡਾ ਵਿਜ਼ਨ ਆ, ਬੜਾ ਵੱਡਾ ਮਿਸ਼ਨ ਹੈ ਤੁਹਾਡਾ, ਇਹਦੇ 'ਤੇ ਕੰਮ ਕਰਨਾ, ਤੁਸੀਂ ਜਾਨ ਲਾ ਦਿਓ ਆਪਣੀ, ਆਪ ਪਿੱਛੇ ਬੈਠੇ ਰਹਿਣਗੇ। ਇਸ ਤਰੀਕੇ ਨਾਲ ਵੀ ਹੋਇਆ। ਮਗਰ ਕਈ ਵਾਰ ਫਿਰ ਇਹ ਵੀ ਹੈ, ਕਈ ਵਾਰ ਲੋਕੀ ਸਾਰੇ ਧਾਰਮਿਕ ਗਰੁੱਪਾਂ ਨੂੰ ਇੱਕੋ ਰੱਸੇ ਨਾਲ ਹੀ ਬੰਨੀ ਜਾਂਦੇ ਆ, ਧਰਮ ਦੀ ਹਰ ਲੈਵਲ ਨੂੰ ਉਸੇ ਰੂਪ ਵਿੱਚ ਬੰਨੀ ਜਾਂਦੇ। ਜੇ ਗੁਰਮਤਿ ਸਕੂਲ ਆਫ ਥਾਟ ਚਲੇ ਜਾਈਏ, ਜਿਹੜੀਆਂ ਰਿਲੀਜੀਅਸ ਸਾਈਡ ਦੇ ਵਿੱਚ ਜਾਂ ਉਸ ਕਿਸਮ ਦੇ ਨਾਲ ਬਿਆਨ ਕੀਤੀਆਂ ਜਾਂਦੀਆਂ ਸ਼ਹੀਦੀਆਂ ਨੇ, ਮਾਰਟਰਸ ਨੇ, ਉਹ ਕਿਸੇ ਬਜਿੱਦਤਾ ਦੇ ਵਿੱਚ ਜਾਂ ਕਿਸੇ ਇਸ ਕਿਸਮ ਦੇ ਨਾਲ ਨਹੀਂ ਵੀ ਕਿਤੇ ਹੈਵਨ ਵਿੱਚ ਪਹੁੰਚਣਾ, ਤੇ ਨਾ 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 ਨਾ, ਉਹਨਾਂ ਦਾ ਤੇ ਕਨਸੈਪਟ ਇਹ ਹੈ ਮਨੁੱਖਤਾ ਦੀ ਸੇਵਾ ਕਰਨੀ ਹੈ। ਮਨੁੱਖਤਾ ਸਰਵੋਪਰੀ ਹੈ, ਤੇ ਜੇ ਮਨੁੱਖਤਾ ਸਰਵੋਪਰੀ ਹੈ ਤੇ ਮਨੁੱਖਤਾ ਵਾਸਤੇ ਆਪਣੀ ਜਾਨ ਦੇ ਦਿੱਤੀ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਹੈ। ਮੇਰੀ ਜਾਨ ਦੇਣ ਨਾਲ ਜੇ ਹੋਰ ਮਨੁੱਖਾਂ ਦੀ ਜਾਨ ਬਚਦੀ ਹੈ, ਜੇ ਹੋਰ ਮਨੁੱਖ ਭਲੇ ਦੇ ਰਾਹ 'ਤੇ ਤੁਰਦੇ ਨੇ, ਭਾਈ ਮੈਂ ਆਪਣੀ ਜਾਨ ਲਗਾ ਦਿਆਂ। ਇਵਨ ਸਾਨੂੰ ਤੁਸੀਂ ਬੜੇ ਤਰੀਕੇ ਨਾਲ ਵੀ ਪੜ੍ਹੋਗੇ, ਤੇ ਹਕੀਮ ਅੱਲਾ ਯਾਰ ਖਾਂ ਜੋਗੀ ਜਦੋਂ ਲਿਖਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਬਤ, ਤੇ ਉਹ ਕਹਿੰਦਾ ਹੈ ਕਿ ਜਿਹਨੂੰ ਇਸ ਤਰੀਕੇ ਇੰਟਰਪ੍ਰੀਟੇਸ਼ਨ ਇਸ ਤਰ੍ਹਾਂ ਲੈ ਲਓ, ਕਚਹਿਰੀ ਦੇ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਖੜੇ ਨੇ, ਤੇ ਵਜ਼ੀਰ ਖਾਨ ਦੀ ਜਿੱਤ ਤੇ ਇਹਦੇ ਵਿੱਚ ਆ ਕਿ ਇਹ ਬੱਚੇ ਐਗਰੀ ਕਰ ਜਾਣ ਤੇ ਇਹਨਾਂ ਦੀ ਕਨਵਰਜਨ ਹੋ ਜਾਏ। ਜੇ ਮੈਂ ਇਹਨਾਂ ਨੂੰ ਕਨਵਰਟ ਕਰ ਲਵਾਂ ਇਹਨਾਂ ਦੀ ਮਰਜ਼ੀ ਦੇ ਨਾਲ, ਤੇ ਕਮਾਲ ਹੀ ਹੋ ਜਾਏ। ਫਿਰ ਤੇ ਸਮਝੋ ਮੈਂ ਮੈਦਾਨ ਮਾਰ ਲਿਆ। ਫਿਰ ਤੇ ਕਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਲੋਕ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਵੀ ਤੁਸੀਂ ਤੇ ਦੂਜਿਆਂ ਦੀ ਧਰਮ ਦੀ ਰਾਖੀ ਵਾਸਤੇ ਆਪਣੀ ਜਾਨ ਜਿਹੜੀ ਹੈਗੀ ਉਹ ਦੇ ਦਿੱਤੀ, ਸ਼ਹਾਦਤ ਦੇ ਦਿੱਤੀ। ਤੁਹਾਡੀ ਤੀਸਰੀ ਪੀੜ੍ਹੀ ਉਹ ਤੇ ਆਪਣੇ ਧਰਮ ਛੱਡ ਗਈ, ਬੜਾ ਵੱਡਾ ਉਲਾਮਾ ਮਿਲੇਗਾ, ਮੇਰੀ ਜਿੱਤ ਹੋਏਗੀ ਬੜੀ ਵੱਡੀ, ਸਾਰਾ ਇਤਿਹਾਸ ਪਲਟ ਜਾਣਾ ਸੀਗਾ। ਉਹ ਚਾਹੁੰਦਾ ਤੇ ਇਹ ਹੈ, ਉਹਦਾ ਮੁੱਖ ਆਸ਼ਾ ਤੇ ਇਹ ਹੈ, ਪਰ ਇਹ ਹੋ ਨਹੀਂ ਰਿਹਾ, ਕਿਉਂਕਿ ਬੱਚੇ ਜਿਹੜੇ ਨੇ ਉਹ ਗੁਰੂ ਕੇ ਪੁੱਤਰ ਨੇ, ਗੁਰੂ ਕੇ ਦੁਲਾਰੇ ਨੇ। ਉਹ ਕਹਿੰਦੇ ਨੋ ਵੇ, ਦੀਨ ਤੇਰੇ ਜਿਹੜੀ ਤੂੰ ਦੀਨ ਦੀ ਪੇਸ਼ਕਸ਼ ਕਰ ਰਿਹਾ ਉਹ ਕਬੂਲੇ ਜਿਹੜਾ ਬੇਦੀਨ ਹੋਏ, ਤੈਨੂੰ ਮੁਬਾਰਕ ਹੋਏ ਤੂੰ ਜਿਹੜਾ ਮੰਨਣਾ, ਪਰ ਜੋ ਸਾਡੇ ਗੁਰੂ ਨੇ ਸਾਨੂੰ ਰਾਹ ਸਿਖਾਇਆ ਹੈ ਅਸੀਂ ਉਸੇ ਰਾਹ ਤੇ ਤੁਰਾਂਗੇ। ਅਸੀਂ ਗੁਰੂ ਨਾਨਕ ਦੇ ਹੀ ਰਾਹ ਤੇ ਤੁਰਾਂਗੇ, ਅਸੀਂ ਗੁਰੂ ਨਾਨਕ ਦੇ ਹੀ ਕਰਨਧਾਰ ਬਣਾਂਗੇ, ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸਤਗੀ 'ਚ ਜਾਵਾਂਗੇ। ਸਾਨੂੰ ਜੋ ਇਬਾਦਤੀ ਢੰਗ ਸਾਡਾ ਮੇਰੇ ਬਜ਼ੁਰਗਾਂ ਨੇ ਸਿਖਾਇਆ ਸਾਨੂੰ ਉਹ ਬਿਲਕੁਲ ਮੁਬਾਰਕ, ਅਸੀਂ ਉਸੇ ਰਾਹ ਤੇ ਰਹਾਂਗੇ। ਹੁਣ ਇਹ ਜਿਹੜੀ ਬਾਤ ਹੈ ਉਹਨੂੰ ਬੜੀ 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 ਲੱਗਦੀ ਪਿਆ ਕੀ ਬਣ ਗਿਆ। ਹੁਣ ਫਿਰ ਉਹ ਕਹਿੰਦਾ ਅੱਛਾ ਇਹ ਬੱਚਿਆਂ ਨੇ ਬੜੀ ਜਿੱਦ ਫੜੀ ਹੈ, ਇਹਨਾਂ ਨੂੰ ਫਿਰ ਹੁਣ ਜਿਹੜਾ ਆ ਆਖਰਕਾਰ ਤਸੀਹੇ ਦੇਣੇ ਪੈਣਗੇ, ਇਹਨਾਂ ਨੂੰ ਖਤਮ ਕਰਨਾ ਪਏਗਾ। ਇਸ ਕਿਸਮ ਦੀ ਬਾਤ ਹੁੰਦੀ। ਤੇ ਜਦੋਂ ਇਹ ਬਾਤ ਕਰਦਾ ਤੇ ਉਹ ਕਹਿੰਦਾ ਬੱਚਿਆਂ ਨੂੰ, ਬੱਚਿਓ ਇੰਨੀ ਜਿੱਦ ਨਹੀਂ ਕਰੀਦੀ। ਸੁਣਿਆ ਆ ਕਿ ਕੁਝ ਹੱਠ ਬੜੇ ਤਗੜੇ ਹੁੰਦੇ ਨੇ, ਜਿਵੇਂ ਰਾਜ ਹੱਠ ਹੈ, ਜਿਵੇਂ ਤ੍ਰਿਆ ਹੱਠ ਹੈ, ਸ਼ਾਸਤਰਾਂ 'ਚ ਮੰਨਿਆ ਜਾਂਦਾ, ਸਾਡੇ ਘਰ ਨਹੀਂ, ਜਿਵੇਂ ਪੁਰਾਣੀ ਟ੍ਰੈਡੀਸ਼ਨ ਦੇ ਵਿੱਚ ਰਵਾਇਤਾਂ 'ਚ। ਇਹਨੂੰ ਫਿਰ ਕਹਿੰਦੇ ਬਾਲ ਹੱਠ। ਬਾਲ ਹੱਠ ਕਹਿੰਦੇ ਬਹੁਤ ਵੱਡਾ ਹੱਠ ਹੁੰਦਾ। ਅੱਜ ਮੰਨ ਲਿਆ ਵੀ ਬਾਲ ਹੱਠ ਵਾਕਿਆ ਜੀ ਬੜਾ ਹੱਠ ਹੈ ਭਾਈ, ਬਾਲੜੇ ਮੰਨਦੇ ਹੀ ਨਹੀਂ ਪਏ। ਤੇ ਉਹ ਬਾਬੇ ਉਹ ਕਹਿੰਦੇ ਨਾ ਔਰੰਗਜ਼ੇਬ, ਨਾ ਵਜ਼ੀਰ ਖਾਨ, ਤੂੰ ਅਸਲ 'ਚ ਗਲਤ ਕਹਿ ਰਿਹਾ ਹੈ, ਅਸੀਂ ਤੇ ਕੋਈ ਹੱਠ ਨਹੀਂ ਕਰ ਰਹੇ, ਸਾਡਾ ਹੱਠ ਨਹੀਂ ਗਾ। ਕਹਿੰਦਾ ਹੱਠ ਹੀ ਹੈ ਤੇ ਹੋਰ ਕੀ ਹੈ, ਪ੍ਰੂਵ ਕੀ ਕਰਨਾ ਚਾਹੁੰਦੇ ਹੋ? ਮੇਰੇ ਤੇ ਹੁਕਮ ਤੋਂ ਪਹਿਲਾਂ ਤੁਹਾਡੀ ਜਾਨ ਚਲੀ ਜਾਏਗੀ। ਮਤਲਬ ਇਤਨੀ ਛੋਟੀ ਜਿਹੀ ਅਰਬਲਾ ਦੇ ਬੱਚੇ ਨੂੰ ਜ਼ੋਰ ਲਾ ਕੇ ਤੁਸੀਂ ਧੱਕਾ ਦੇ ਦਿਓ ਤੇ ਉਹ ਪ੍ਰਾਣ ਜਿਹੜੇ ਨੇ ਉਹ ਨਿਕਲ ਜਾਂਦੇ ਨੇ। ਤੁਸੀਂ ਕੀ ਪ੍ਰੂਵ ਕਰਨਾ ਚਾਹੁੰਦੇ ਹੋ? ਆਖਰਕਾਰ ਇਹ ਸਾਰੀ ਜਿੱਦ ਹੈ ਕਾਹਦੇ ਵਾਸਤੇ ਹੈ? ਤੇ ਫਿਰ ਹਕੀਮ ਅੱਲਾ ਯਾਰ ਖਾਂ ਜੋ ਵੀ ਬਹੁਤ ਕਮਾਲ ਦਾ ਜਵਾਬ ਲਿਖਦਾ ਉਹਦੇ 'ਚ।
ਉਹ ਕਹਿੰਦਾ ਸਾਹਿਬਜ਼ਾਦੇ ਜਵਾਬ ਦਿੰਦੇ ਨੇ ਵੀ ਹਮ ਜਾਂ ਦੇ ਕੇ ਆਪਣੀ ਜਾਂ ਔਰੋਂ ਕੀ ਬਚਾ ਚਲੇ। ਸਾਡੀ ਇਹ ਜਾਨ ਅਜਾਈ ਨਹੀਂ ਜਾਣੀ, ਨਾ 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 ਨਾ, ਅਸੀਂ ਆਪਣੀ ਜਾਨ ਦੇ ਕੇ ਅਸੀਂ ਹੋਰਾਂ ਦੀ ਜਾਨ ਬਚਾਉਣ ਲੱਗੇ ਹਾਂ। ਇਹ ਸਾਡਾ ਪਰਪਸ ਹੈ, ਇਹ ਮਕਸਦ ਹੈ ਸਾਡਾ। ਹਮ ਜਾਂ ਦੇ ਕੇ ਆਪਣੀ ਜਾਂ ਔਰੋਂ ਕੀ ਬਚਾ ਚਲੇ, ਸਿੱਖੀ ਕੀ ਨੀਂਵ ਹਮ ਸरों पे उठा चले। ਅਸੀਂ ਆਪਣੀ ਸ਼ਹਾਦਤ ਸਿੱਖੀ ਦੀ ਅਟਾਰੀ ਦੇ ਉੱਤੇ ਲੱਗਣ ਵਾਸਤੇ, ਸ਼ੋਭਤ ਪਾਉਣ ਵਾਸਤੇ ਨਹੀਂ ਕਰ ਰਹੇ, ਅਸੀਂ ਸਿੱਖੀ ਦੀ ਨੀਂਹ ਵਿੱਚ ਲੱਗਣ ਵਾਸਤੇ ਖੜਨ ਲੱਗੇ ਹਾਂ। ਸਾਨੂੰ ਪਤਾ ਆ, ਸਾਨੂੰ ਇਨਸਟੈਂਟ ਕੋਈ ਇਹਦੇ ਵਿੱਚ ਅਚੀਵਮੈਂਟ ਨਹੀਂ ਗੀ, ਸਾਡੀ ਤਾਂ ਜਾਣ ਹੀ ਜਾਣੀ ਆ, ਪਰ ਸੱਚ ਇਹ ਨਹੀਂ ਖੜੇਗੇ ਤੇ ਸਿੰਘੋਂ ਕੀ ਸਲਤਨਤ ਕਾ ਪੌधा ਲਗਾ ਚਲੇ। ਇੱਥੇ ਇੱਕ ਪੌਦਾ ਲੱਗਣਾ ਆ ਉਸ ਪੰਥ ਪਾਤਸ਼ਾਹੀ ਦਾ, ਜਿਸ ਪੰਥ ਪਾਤਸ਼ਾਹੀ ਨੇ ਆਉਂਦੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਫਿਜ਼ਾਂ ਦੇ ਵਾਲੀ ਵਾਰਸ ਬਣਨਾ ਆ। ਸੋ ਇਹ ਰੂਪ ਹੁੰਦਾ ਉਹਦੇ ਵਿੱਚ। ਪਰ ਇਹ ਚੀਜ਼ ਆ ਜੇ ਚਿੱਤ ਵਿੱਚ ਹੋਏ ਤੇ ਚੇਤੇ ਦੇ ਵਿੱਚ ਬੜੀ ਇਨਲਾਈਟਡ ਅਵਸਥਾ ਆ। ਇਹ ਕੋਈ ਮਤਲਬ ਆਮ ਹਾਲਤਾਂ ਵਿੱਚ ਨਹੀਂ। ਆਮ ਹਾਲਤਾਂ ਦੇ ਵਿੱਚ ਤੇ ਅਸੀਂ ਸਵਾਰਥ ਦੇ ਨਾਲ ਹੀ ਚੱਲਦੇ ਹਾਂ। ਜਿੱਥੇ ਕਿਹੋ ਜਿਹੀ ਕੋਈ ਪ੍ਰਾਪਤੀ ਦਿਸਦੀ ਏ ਉਸ ਨਾਲ ਬੰਦਾ ਤੁਰਦਾ ਹੈ। ਹਾਂ, ਬੰਦਾ ਉਹੀ ਕੰਮ ਕਰਦਾ ਜਿਹਦੇ 'ਚੋਂ ਸਰਵਾਈਵ ਕਰ ਸਕੇ, ਉਹਨੂੰ ਹੋਏ ਕਿ ਮੈਨੂੰ ਕੋਈ ਖਤਰਾ ਨਾ ਹੋਏ, ਮੈਨੂੰ ਕੋਈ ਡਰ ਨਾ ਹੋਏ। ਸੋ ਚਿੱਤ ਵਿੱਚ ਇਹ ਪੱਕਾ ਆ, ਕੁਦਰਤੀ ਤੌਰ 'ਤੇ ਇਸ ਕਿਸਮ ਦੀ ਕੁਦਰਤ ਨੇ ਇਹਨੂੰ ਐਬਿਲਿਟੀ ਦਿੱਤੀ। ਉਹ ਚਿਤਵਣੀ 'ਚ ਚੀਜ਼ਾਂ ਪਈਆਂ ਹੋਈਆਂ ਨੇ। ਪਰ ਜੇ ਕਿਤੇ ਨੂੰ ਬਹੁਤ ਹਾਇਰ ਲੈਵਲ ਦੇ ਸਕੂਲ ਆਫ ਥਾਟ ਨਾਲ ਐਕਸਰਸਾਈਜ਼ ਕਰਕੇ ਜੋੜਿਆ ਜਾਏ, ਸੰਗਤ ਦੀ ਗੱਲ ਜਿਹੜੀ ਗੁਰਮਤ ਸਿਖਾਉਂਦੀ ਹੈ, ਫਿਰ ਸਰਵਾਈਵਲ, ਆਪਣੇ ਸਰਵਾਈਵਲ ਤੋਂ ਬਾਹਰ ਆ ਕੇ ਮਨੁੱਖਤਾ ਦੇ ਸਰਵਾਈਵਲ 'ਤੇ ਵੀ ਕੰਮ ਕਰ ਸਕਦਾ। ਜਿਵੇਂ ਅੱਜ ਬੜੀ ਵੱਡੇ ਲੈਵਲ 'ਤੇ ਦੀ ਚਰਚਾ ਚੱਲ ਰਹੀ ਹੈ ਕਿ ਸਾਡੇ ਗਲੋਬ ਦੇ ਉੱਤੇ ਜਿਹੜੀ ਹੈ ਲਾਈਫ, ਇਹ ਆਲਮੋਸਟ ਇਨ ਡੇਂਜਰ ਆ ਚੁੱਕੀ ਹੈ, ਕਿਉਂਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ, CO2 ਵੱਧ ਰਿਹਾ, ਐਨਵਾਇਰਨਮੈਂਟ ਖਰਾਬ ਹੋ ਰਿਹਾ। ਪਰ ਅਜੇ ਵੀ ਜਿਹੜੇ ਸਭ ਦੇ ਇਕੱਠੇ ਸਰਵਾਈਵ ਕਰਨ ਦੀ ਬਾਤ ਆ, ਇਹ ਬੰਦੇ ਨੂੰ ਨਹੀਂ ਸਮਝ ਆ ਰਹੀ। ਬੰਦਾ ਅਜੇ ਵੀ ਨਿੱਜ ਪ੍ਰਸਤ ਹੋ ਕੇ ਜੀ ਰਿਹਾ ਹੈਗਾ, ਉਹ ਸਰਵਸਵ ਸਭ ਦੀ ਹੋਣੀ ਦੇ ਨਾਲ। ਈਵਨ COVID-19 ਆ ਇੱਕ ਬੜਾ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਨੋਵਲ ਜਿਹੜਾ ਹੈਗਾ ਉਹ ਵਾਇਰਸ ਆ, ਪਰ ਲੋਕਾਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਮਾਲ ਹੈ ਵੀ ਇਹ ਇਸ ਰੂਪ ਦੇ 'ਚ ਹੋਣੀ ਸਾਰਿਆਂ ਦੀ ਸਾਂਝੀ ਹੈ। ਇਹ ਜਿਹੜਾ ਰੂਪ ਆ ਚਿਤਵਣੀ ਦੇ ਵਿੱਚ ਸੰਗਤ ਦੇ ਕੌਨਸੈਪਟ ਦੇ ਅੰਦਰ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਉਹ ਲਿਵ ਲਾਏ ਜਿਹੜੀ ਗੱਲ ਆ, ਲਿਵ ਲੱਗਣੀ ਕਿਸੇ ਹਾਇਰ ਥਾਟ ਨਾਲ ਅੰਗੇਜ ਕਰਨਾ ਆਪਣੇ ਆਪ ਨੂੰ। ਗੁਰੂ ਮਹਾਰਾਜ ਬਿਆਨ ਕਰਦੇ, ਇਹਦੀ ਸਿੱਧੀ ਜੀ ਸ਼ੁਰੂਆਤ ਇੱਥੋਂ ਹੈ ਕਿ ਬੰਦਾ ਜਿਹੜੀ ਉਹ ਯੂਨੀਵਰਸਲ ਬੀਇੰਗ ਆ, ਰੱਬ ਦੀ ਹੋਂਦ ਆ, ਕਰਤਾਰੀ ਹਸਤੀ ਆ, ਉਹਦਾ ਸਿਮਰਨ ਕਰੇ। ਇੱਥੇ ਬਚਨ ਆ, ਸਿਮਰ ਮਨਾ ਰਾਮ ਨਾਮ ਚਿਤਾਰੇ। ਆਪਣੀ ਚਿਤਵਨੀ ਦੇ ਵਿੱਚ ਉਹਦੀ ਸਮ੍ਰਿਤੀ, ਉਹਨੂੰ ਉਕੇਰ ਲਗਾਤਾਰ। ਇਹਦੇ ਨਾਲ ਇੱਕ ਐਡ ਜੇ ਹੋਰ ਕਰੀਏ ਚੀਜ਼, ਦੇਖੋ ਹਰ ਇੱਕ ਜਿਵੇਂ ਸਾਡੇ ਈਵਨ ਬਾਡੀ ਦੇ ਪਾਰਟਸ ਹੀ ਨੇ, ਇਹਨਾਂ ਦਾ ਕੁਝ ਖੇਤਰ ਆ, ਕਿਰਿਆ ਖੇਤਰ, ਕਰਮ ਖੇਤਰ, ਉਹ ਰਾਖਵਾਂ ਆ। ਜਿਹੜਾ ਕੰਮ ਹੱਥ ਨੇ ਕਰਨਾ ਉਹ ਪੈਰ ਨਹੀਂ ਕਰ ਸਕਦਾ ਆਮ ਹਾਲਤਾਂ ਵਿੱਚ। ਹਾਲਾਂਕਿ ਜਿਨ੍ਹਾਂ ਲੋਕਾਂ ਦੇ ਹੱਥ ਵਗੈਰਾ ਕਿਸੇ ਨੁਕਸਾਨੇ ਜਾਂਦੇ ਨੇ ਜਾਂ ਸਮਹਾਓ ਦੇ ਆਰ ਨੋਟ ਕੈਪੇਬਲ ਟੂ ਹੈਵ ਦੈਟ ਸੋਰਟ ਆਫ ਯੂ ਕੈਨ ਸੇ hand strength or access toward their into their arms, and sometimes they keep on exercising and they can write with their feet. ਤੁਸੀਂ ਦੇਖਿਆ ਹੋਣਾ ਉਹ ਚਿੱਤਰਕਾਰੀ ਵੀ ਕਰਨ ਲੱਗ ਜਾਂਦੇ ਨੇ, ਲਿਖਣ ਵੀ ਲੱਗ ਜਾਂਦੇ ਨੇ ਪੈਨ ਵਗੈਰਾ ਪਕੜ ਕੇ। ਪਰ ਜੇ ਨੋਰਮਲ ਦੇਖੀਏ ਇੱਕ ਐਵਰੇਜ ਲੈਵਲ 'ਤੇ ਜਿਹੜੇ ਕੰਮ ਹੱਥਾਂ ਨੇ ਕਰਨੇ, ਹੱਥਾਂ ਨਹੀਂ ਕਰਨੇ ਨੇ। ਈਵਨ ਜਿਹੜਾ ਬੰਦਾ ਸੱਜੇ ਹੱਥ ਨਾਲ ਲਿਖਦਾ ਉਹ ਖੱਬੇ ਨਾਲ ਨਹੀਂ ਲਿਖ ਸਕਦਾ। ਜਿਹੜਾ ਖੱਬੇ ਨਾਲ ਲਿਖਦਾ ਉਹਦੇ ਲਈ ਸੱਜੇ ਨਾਲ ਲਿਖਣਾ ਹਾਰਡ ਹੋ ਜਾਂਦਾ ਇਸ ਰੂਪ ਵਿੱਚ। ਜਿਹੜਾ ਕੰਮ ਅੱਖਾਂ ਨੇ ਕਰਨਾ ਕੰਨ ਨਹੀਂ ਕਰ ਸਕਦੇ। ਮਤਲਬ ਜੇ ਆਪਾਂ ਕਿਸੇ ਚੀਜ਼ ਦਾ ਰੰਗ ਰੂਪ ਸ਼ੇਪ ਦੇਖਣੀ ਹੈ ਤੇ ਅੱਖਾਂ ਨਹੀਂ ਦੇਖਣੀ ਹੈ, ਕੰਨਾਂ ਨੇ ਨਹੀਂ। ਕੰਨ ਜਿੰਨੇ ਮਰਜ਼ੀ ਅੱਗੇ ਕਰੀ ਜਾਓ ਉਹਦੇ ਨਾਲ ਨਹੀਂ ਪਤਾ ਲੱਗੇਗਾ। ਜਿਹੜਾ ਕੰਮ ਕੰਨ ਨੇ ਕਰਨਾ ਅੱਖਾਂ ਨਹੀਂ ਕਰ ਸਕਦੀਆਂ। ਜੇ ਆਪਾਂ ਕੰਨਾਂ ਦੇ ਉੱਤੇ ਕੁਝ ਇਸ ਕਿਸਮ ਦੇ ਨਾਲ ਜਿਹੜਾ ਹੈਗਾ ਹੈ ਵੋਇਸ ਬ੍ਰੇਕਰਸ ਲਗਾ ਲਈਏ, ਜਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਕੰਨਾਂ ਦੇ 'ਚ ਆਵਾਜ਼ ਜਾਣੀ ਬੰਦ ਕਰ ਦਈਏ, ਅੱਖਾਂ ਨਾਲ ਬਿਨਾਂ ਸ਼ੱਕ ਵੇਖੀ ਜਾਈਏ ਕਿਸੇ ਨੂੰ। ਹਾਂ, ਕੁਝ ਲੋਕ ਜਿਹੜੇ ਲਿਪਸ ਰੀਡਿੰਗ ਦੀ ਪ੍ਰੈਕਟਿਸ ਥੋੜ੍ਹੀ ਬਹੁਤੀ ਕਰਦੇ ਨੇ, ਥੋੜ੍ਹਾ ਬਹੁਤਾ ਸਮਝ ਸਕਦੇ ਨੇ, ਪਰ ਅਲਟੀਮੇਟਲੀ ਪਤਾ ਨਹੀਂ ਲੱਗਿਆ ਕੀ ਕਿਹਾ ਜਾ ਰਿਹਾ। ਉਹ ਹੈ ਜੋ
ਕੰਨਾਂ ਦਾ ਕਾਰਜ ਉਹ ਕੰਨਾਂ ਦੇ ਕਾਰਜ ਹੈ। ਇਨਬਿਨ ਸਾਡੇ ਇਨਰ ਦੇ ਵਿੱਚ ਜਿਹੜੀ ਸਾਡੀ ਇੰਟਰਨਲ ਐਬਿਲਿਟੀ ਹੈ, ਉਹਦੇ ਅੰਦਰ ਵੀ ਜਿਹੜਾ ਕੰਮ ਮੈਮਰੀ ਦਾ ਹੈ, ਚਿਤਵਣੀ ਦਾ, ਉਹ ਨਹੀਂ ਕਰਨਾ ਆ। ਉਹ ਕੰਮ ਸਾਡਾ ਇੰਟਲੈਕਟ ਨਹੀਂ ਕਰੇਗਾ ਇਕੱਲਾ। ਇਹ ਕਈ ਵਾਰ ਦੋ ਚੀਜ਼ਾਂ ਵੱਖਰੀਆਂ ਵੀ ਹੁੰਦੀਆਂ ਨੇ। ਆਪ ਦੇਖੋਗੇ ਇਸ ਚੀਜ਼ ਨੂੰ, ਈਵਨ ਬ੍ਰੇਨ ਦੀ ਸਟੱਡੀ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਪਤਾ ਲੱਗ ਰਹੀਆਂ ਨੇ ਹੌਲੀ ਹੌਲੀ। ਜਿਹੜੇ ਉਹਦੇ ਔਰਗੈਨ ਵੀ ਬਣੇ ਨੇ, ਔਰਗੈਨ ਦੇ ਪਾਰਟ ਵੀ ਬਣੇ ਨੇ, ਉਹਦੇ ਵਿੱਚ ਨਿਊਰੋ ਟਰਾਂਸਮੀਟਰਸ ਦੇ ਵਿੱਚ, ਨਿਊਰੋਨ ਸਿਸਟਮ ਦੇ ਵਿੱਚ, ਵਾਇਰਿੰਗ ਦੇ ਵਿੱਚ ਵੀ ਜਿਹੜਾ ਹੈ ਉਹ ਬਿਲਕੁਲ ਜਿਹੜਾ ਲਿੰਬਿਕ ਪਾਰਟ ਦਾ ਕੰਮ ਹੈ ਉਹਦਾ ਹੀ ਹੈ, ਜਿਹੜਾ ਲੈਫਟ ਹੈਮਸਫੇਅਰ ਦਾ ਕੰਮ ਹੈ ਉਹਦਾ, ਜਿਹੜਾ ਰਾਈਟ ਦਾ ਉਹਦਾ ਰਾਈਟ ਦਾ ਹੀ ਕੰਮ ਹੈ। ਇਸ ਰੂਪ ਦੇ ਇੱਕ ਡਾਟੇ ਨਾਲ ਹੀ ਡੀਲ ਕਰ ਰਿਹਾ, ਇੱਕ ਇਮੋਸ਼ਨ ਨਾਲ ਹੀ ਡੀਲ ਕਰ ਰਿਹਾ, ਇੱਕ ਬਿਹੇਵੀਅਰ ਦੇ ਜਿਹੜਾ ਖਾਸ ਕਰਕੇ ਜੁੜਨਾ ਪਾਰਟ, ਲਿੰਬਿਕ ਛੋਟਾ ਪਾਰਟ ਹੈ, ਉਹ ਬਿਹੇਵੀਅਰ ਦੇ ਉੱਤੇ ਹੀ ਸਾਰਾ ਉਹਦੇ ਚੋਂ ਨਿਕਲ ਰਹੀਆਂ ਚੀਜ਼ਾਂ। ਸੋ ਇਹ ਮਦਰ ਨੇਚਰ ਨੇ ਇਸ ਰੂਪ ਵਿੱਚ ਤੈਅ ਕੀਤਾ ਹੈ। ਹੁਣ ਜਿਹੜੀ ਚੀਜ਼ ਚਿਤਵਣੀ ਹੈ, ਚਿਤਵਣੀ ਦਾ ਕੰਮ ਸਮ੍ਰਿਤੀ ਨਾਲ ਹੈ। ਸਮ੍ਰਿਤੀ ਮੀਨ ਰੈਪੀਟੇਸ਼ਨ। ਜਿਹੜੀ ਚੀਜ਼ ਰਿਪੀਟਡਲੀ ਰੈਪੀਟੇਸ਼ਨ 'ਚ ਨਹੀਂ ਜਾਏਗੀ ਉਹ ਚੇਤੇ 'ਚ ਵੀ ਨਹੀਂ ਰਹੇਗੀ। ਚੇਤੇ 'ਚ ਉਹੀ ਚੀਜ਼ਾਂ ਰਹਿੰਦੀਆਂ ਜਿਹੜੀਆਂ ਰਿਪੀਟ ਹੁੰਦੀਆਂ, ਜਿਹਦੀ ਰੈਪੀਟੇਸ਼ਨ ਹੁੰਦੀ, ਡਰਿਲਿੰਗ ਹੁੰਦੀ, ਵਾਰ-ਵਾਰ ਦੁਹਰਾਓ ਹੁੰਦਾ। ਇੱਥੇ ਜਾ ਕੇ ਬੰਦੇ ਨੂੰ ਜੇ ਦੁਹਰਾਓ ਨਹੀਂ ਕਰਾਓਗੇ, ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਐਥਿਕਸ ਇੱਕ ਐਸੀ ਚੀਜ਼ ਆ ਜਿਹੜੀ ਬੰਦੇ ਨੇ ਲਗਾਤਾਰ ਆਪਣੀ ਕਿਸੇ ਵੀ ਪ੍ਰੋਫੈਸ਼ਨਲ, ਕਿਸੇ ਵੀ ਸਕਿਲਡ ਕਿਸੇ ਵਰਕ ਦੇ ਵਿੱਚ, ਜਿੱਥੇ ਉਹਨੇ ਪਬਲਿਕ ਨਾਲ ਡੀਲ ਕਰਨਾ ਹੈ, ਲੋਕਾਂ ਨਾਲ ਡੀਲ ਕਰਨਾ ਹੈ, ਜਿੱਥੇ ਪੋਸੀਬਿਲਿਟੀ ਹੈ ਬੰਦਾ ਕਿਸੇ ਦੀ ਐਡਵਾਂਟੇਜ ਲੈ ਸਕਦਾ ਹੈ, ਪੋਸੀਬਿਲਿਟੀ ਹੈ ਬੰਦਾ ਕਿਸੇ ਦੀ ਵਲਨਰੇਬਿਲਿਟੀ ਦੇ ਵਿੱਚੋਂ ਆਪਣਾ ਐਕਸਟਰਾ ਬੈਨੀਫਿਟ ਲੈ ਸਕਦਾ ਆ, ਉੱਥੇ ਉਸ ਨੂੰ ਫਿਰ ਐਥਿਕਸ ਪੜ੍ਹਾਉਣੇ ਪੈਣਗੇ। ਤੇ ਲਿਟਰਲੀ ਤੌਰ 'ਤੇ ਇਹਨਾਂ ਮੁਲਕਾਂ ਦੇ ਵਿੱਚ ਕੈਨਨ ਆਫ ਐਥਿਕਸ ਪੜ੍ਹਾਏ ਜਾਂਦੇ, ਸਾਲਾਨਾ ਤੌਰ 'ਤੇ, ਮੰਥਲੀ ਲੈਵਲ 'ਤੇ, ਈਵਨ ਕੁਆਟਰ ਬੇਸ ਦੇ ਉੱਤੇ ਸਾਈਨ ਕਰਾਏ ਜਾਂਦੇ, ਰੀਡ ਕਰਾਇਆ ਜਾਂਦਾ, ਰੈਪੀਟੀਸ਼ਨ ਹੁੰਦੀ ਇਹਨਾਂ ਚੀਜ਼ਾਂ ਦੀ। ਬਸ ਇਹੀ ਸਾਰਾ ਕੁਛ ਹੈ। ਬੰਦੇ ਨੇ ਪੈਰ ਪੈਰ 'ਤੇ ਆਪਣੇ ਆਪ ਨੂੰ ਕੁਝ ਦੱਸਣਾ ਆ, ਕੁਝ ਸਮਝਾਉਣਾ ਆ। ਸਮਝਾਉਣਾ ਇਹੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਹੀ ਸਮਝਾਉਣਾ। ਸਮਝਾਉਣਾ ਇਹੀ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਮਝਾਉਣਾ ਇਹੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕ ਹੈ ਨਾਮ ਜਪਤ ਅਗੰਤ ਅਨੇਕ ਹੈ। ਸਮਝਾਣਾ ਇਹੀ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਇਹ ਸਾਰਾ ਕੁਝ ਕੀ ਹੈ? ਸਿਮਰਨ ਹੈ, ਰੈਪੀਟੀਸ਼ਨ ਹੈ। ਰੈਪੀਟੀਸ਼ਨ ਦੇ ਵਿੱਚ ਇਹ ਵੀ ਹੋਏ ਕਿ ਬੰਦੇ ਨੂੰ ਇਹਦੇ ਭਾਵ ਦਾ ਵੀ ਪਤਾ ਹੋਏ, ਅਹਿਸਾਸ ਹੋਏ, ਜੋ ਗਾ ਰਿਹਾ, ਜੋ ਪੜ੍ਹ ਰਿਹਾ, ਜੋ ਸੁਣ ਰਿਹਾ, ਜੋ ਆਲਾਪ ਰਿਹਾ, ਇਹ ਮੈਨੂੰ ਕੁਝ ਦੱਸ ਰਿਹਾ ਹੈ। ਜੋ ਦੱਸ ਰਿਹਾ ਹੈ ਕਿ ਮੈਂ ਉਹ ਪਕੜ ਰਿਹਾ, ਕਿ ਮੈਂ ਉਹ ਗ੍ਰੈਬ ਕਰ ਰਿਹਾ। ਜਿਵੇਂ ਸਪੋਜ਼ ਕਰੋ ਇੱਕ ਛੋਟਾ ਬੱਚਾ ਆ, ਉਹਨੂੰ ਦਾਦਾ ਦਾਦੀ, ਨਾਨਾ ਨਾਨੀ, ਮਾਤਾ ਪਿਤਾ ਕੋਈ ਇੰਸਟਰਕਸ਼ਨਸ ਦਿੰਦੇ, ਇੱਕ ਖਾਸ ਸਾਊਂਡ 'ਚ ਬੋਲਦੇ, ਉਹਨੂੰ ਆਵਾਜ਼ ਦਿੰਦੇ, ਤੇ ਬੱਚਾ ਕਮਾਲ ਕਰ ਦਿੰਦਾ। ਜੇ ਸਾਊਂਡ 'ਚ ਬੋਲਦੇ, ਉਸ ਸਾਊਂਡ ਨੂੰ ਐਜ਼ ਇਟ ਇਜ਼ ਉਹਦੀ ਜਿਹੜੀ ਹੈਗੀ ਏ ਕਾਪੀ ਕਰ ਦਿੰਦਾ, ਉਹਨੂੰ ਐਜ਼ ਇਟ ਇਜ਼ ਵਾਪਸ ਜਿਹੜਾ ਹੈ ਡਿਟੋ ਕਾਪੀ ਕਰਕੇ ਸੁਣਾ ਵੀ ਦਿੰਦਾ। ਬਟ ਜੋ ਇੰਸਟਰਕਸ਼ਨ ਦਿੱਤੀ ਜਾਂਦੀ ਉਹਨੂੰ ਫੋਲੋ ਨਾ ਕਰਦਾ। ਤੇ ਜਿਹਨੂੰ ਪੁੱਛਿਆ ਜਾਂਦਾ ਵੀ ਤੂੰ ਦੱਸ ਫੋਲੋ ਕਿਉਂ ਨਹੀਂ ਕੀਤੀ, ਤੈਨੂੰ ਮੈਂ ਕਿਹਾ ਸੀਗਾ, ਤੂੰ ਮੇਰੀ ਐਗਜ਼ੈਕਟਲੀ ਵੋਇਸ ਵੀ ਕੱਢ ਕੇ, ਆਵਾਜ਼ ਕੱਢ ਕੇ, ਉਸੇ ਤਰੀਕੇ ਨਾਲ ਤੂੰ ਮਿਮਕਰੀ ਕਰਕੇ ਮੈਨੂੰ ਸਮਝਾ ਦਿੱਤਾ ਕਿ ਆਹ ਚੀਜ਼ ਹੋਈ, ਇਸ ਤਰ੍ਹਾਂ ਤੁਸੀਂ ਮੈਨੂੰ ਕਿਹਾ। ਪਰ ਜਿਹੜਾ ਉਹ 'ਚ ਮੈਸੇਜ ਸੀਗਾ, ਮੈਸੇਜ ਇਹ ਸੀਗਾ ਕਿ ਤੂੰ ਅਰਲੀ ਬੈੱਡ 'ਤੇ ਜਾਣਾ ਹੈ। ਮੈਸੇਜ ਇਹ ਸੀਗਾ ਤੂੰ ਕੋਈ ਚੀਜ਼ ਮੇਰੇ ਵਾਸਤੇ ਪਕੜ ਕੇ ਲਿਆਉਣੀ ਹੈ, ਜਾਂ ਮੈਨੂੰ ਕੁਝ ਜਿਹੜਾ ਹੈਗਾ ਸਮਥਿੰਗ ਬ੍ਰਿੰਗ ਟੂ ਮੀ। ਤੂੰ ਕੀਤਾ ਕਿਉਂ ਨਹੀਂ? ਉਹਨੂੰ ਸਮਝਣ ਲੱਗੇ ਕਿ ਇਹ ਕੀ ਕਹਿ ਰਿਹਾ, ਮੈਂ ਤੇ ਮੈਸੇਜ ਦੁਬਾਰਾ ਫਿਰ ਰਿਪੀਟ ਕਰ ਦੇਣਾ ਤੁਹਾਡੇ ਵਾਸਤੇ। ਭਾਈ ਗੱਲ ਇਹ ਨਹੀਂ ਗੇ, ਗੱਲ ਇਹ ਮੈਸੇਜ ਦੀ ਰੈਪੀਟੀਸ਼ਨ ਇਸ ਕਰਕੇ ਹੋਏ ਤਾਂ ਕਿ ਉਹਦੇ ਵਿੱਚ ਜੋ ਆ ਰਿਹਾ ਆ, ਜਿਹਦੇ ਉੱਤੇ ਐਕਟ ਕਰਨਾ ਆ, ਉਹਦੇ ਉੱਤੇ ਜਿਹੜਾ ਹੈਗਾ ਆ ਧਿਆਨ ਦਿੱਤਾ ਜਾਏ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਤੇ ਬੁੱਝਣਾ ਸਮ੍ਰਿਤੀ ਦੇ ਜ਼ਰੀਏ ਚਿੱਤ ਵਿੱਚ ਹੈ, ਚਿੱਤ ਵਿੱਚ ਪਾਉਣਾ, ਹੌਲੀ ਹੌਲੀ ਬੀਜਣਾ। ਜਿਹਨੂੰ ਸਾਹਿਬ ਨੇ ਕਿਹਾ ਸੀ ਕਿ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਹਰੀ ਹਰੀ ਕਰਦਿਆਂ ਉਹ ਹਰੀ ਹੋ ਗਏ, ਤੇ ਉਹ ਕਲੋਲਾਂ ਕਰਨ ਵਾਲਾ ਜਿਹਦੀ ਸਾਰੀ ਆਭਾ ਵੰਡਤ ਹੋਰੀ ਚਾਰ ਚਪੇਰੇ। ਅਕਸਰ ਜਦੋਂ ਬਹੁਤ ਮਤਲਬ ਬੰਦਾ ਇਸ ਤਰ੍ਹਾਂ ਕਹਿ ਲਓ ਕਿ ਆਪਣੀ ਸੋਚ ਦੇ ਦਾਇਰੇ ਦੇ ਵਿੱਚ ਬੈਠ ਕੇ ਚੀਜ਼ਾਂ ਨੂੰ
ਮਪਾਇਸ਼ ਕਰਦਾ, ਉਹਨਾਂ ਨੂੰ ਤੋਲਦਾ, ਉਹਨਾਂ ਨੂੰ ਮੈਜਰ ਕਰਦਾ, ਤੇ ਉਹਦੀਆਂ ਬਹੁਤ ਸ਼ਿਕਾਇਤਾਂ ਹੁੰਦੀਆਂ ਨੇ। ਰੱਬ ਦੇ ਬਾਰੇ ਵੀ ਬੜੀਆਂ ਸ਼ਿਕਾਇਤਾਂ ਨੇ। ਜਿੱਥੇ ਕਿਤੇ ਡਰਾਊਟ ਚੱਲ ਰਿਹਾ ਹੈਗਾ, ਉੱਥੇ ਮੀਂਹ ਨਹੀਂ ਪੈ ਰਿਹਾ, ਬੰਦਾ ਕਹੇਗਾ ਹੱਦ ਹੋ ਗਈ, ਦੱਸ ਕਾਹਦਾ ਰੱਬ ਆ ਜੇ ਉਹਨੂੰ ਇਹ ਨਹੀਂ ਦਿਸਦਾ ਪਿਆ ਅਫਰੀਕਾ 'ਚ ਮੀਂਹ ਪਾਉਣਾ ਆ। ਕਿਤੇ ਬਾੜ ਆ ਰਹੀ, ਉਹ ਕਾਹਦਾ ਰੱਬ ਆ ਦੱਸ। ਜੇ ਰੱਬ ਹੈ ਤੁਹਾਡਾ ਤੇ ਉਹ ਕਿਉਂ ਬੰਦੇ ਡਬੋ ਡਬੋ ਕੇ ਮਾਰ ਰਿਹਾ ਦੱਸ। ਕਿਤੇ ਭੁਚਾਲ ਆ ਗਿਆ ਤਾਂ ਇਹ ਸਾਰਾ ਕੀ ਹੈ? ਇਹ ਹੈ ਬੰਦਾ ਹਰ ਚੀਜ਼ ਨੂੰ ਫਿਕਸ ਕਰਨ ਦੇ ਤਰੀਕੇ ਦੇ ਵਿੱਚ, ਉਹ ਸਾਰੇ ਰੂਪ ਦੇ ਵਿੱਚ ਉਸ ਚੀਜ਼ ਕਿਸੇ ਧਰਮ ਨੂੰ ਜਾਂ ਉਹਨੂੰ ਦੇਖਦਾ। ਮਹਾਰਾਜ ਕਹਿੰਦੇ ਨਾ, ਉੱਥੇ ਕਲੋਲ ਹੈ ਉਹਦੇ, ਤੇ ਸਾਰੇ ਦਾ ਸਾਰਾ ਉਹਦੀ ਕਿਰਿਆ ਕਲਾਪਤਾ ਆ। ਇਹੀ ਸੰਸਾਰ ਆ, ਇਹ ਸਾਰੇ ਦਾ ਹੀ ਰੂਪ ਜਿਹੜਾ ਆ ਇਹ ਸੰਸਾਰ ਆ। ਤੇ ਇਹ ਕਰਤਾਰੀ ਨਿਜ਼ਾਮ ਵਿੱਚ ਹੀ ਹੋ ਰਿਹਾ ਸਭ ਕੁਝ। ਚਿਤਵਣੀ 'ਚ ਸਹੀ ਹੁੰਦਾ ਕਿ ਮੈਂ ਆਪਣੇ ਰੋਲ ਨੂੰ ਪਹਿਚਾਨਾਂ, ਮੇਰਾ ਰੋਲ ਕੀ ਹੈ। ਮੈਂ ਜਿਸ ਮਾਰੂਥਲ ਨੂੰ ਮਨ ਦੀ ਦੁਨੀਆ 'ਚ ਹੰਡਾ ਰਿਹਾ ਵਾਂ, ਮੈਨੂੰ ਕੁਦਰਤ ਨੇ ਕੁਝ ਇਮੋਸ਼ਨਸ ਦਿੱਤੇ ਨੇ, ਕੁਝ ਸਟਰੈਂਥ ਦਿੱਤੀ ਹੈ, ਕੁਝ ਵੀਕਨੈਸਿਸ ਦਿੱਤੀਆਂ ਨੇ। Am I able to understand all these things? Am I able to exercise what I have in my actually own life or own ability? ਇੱਥੇ ਜਾ ਕੇ ਫੋਕਸ ਹੁੰਦਾ, ਇੱਥੇ ਫਿਰ ਸੈਲਫ ਅਨਾਲਿਸਿਸ ਹੁੰਦਾ ਬੰਦੇ ਦਾ। ਇਹ ਚਿਤਵਣੀ ਫਿਰ ਇੱਥੇ ਫੋਕਸ ਕਰਦੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਤੇ ਇਹਦੇ ਨਾਲ ਫਿਰ ਬਸ ਰਹੇ ਹਿਰਦੈ ਘਰ ਦੇ ਵਿੱਚ ਇੱਕ ਚੀਜ਼ ਵਸਦੀ ਆ ਕੇ, ਗੁਰ ਚਰਨ ਪਿਆਰੇ, ਗੁਰੂ ਦੇ ਬੜੇ ਪਿਆਰੇ ਚਰਨ। ਹੁਣ ਬੜੇ ਪਿਆਰੇ ਚਰਨ ਮੈਟਾਫੋਰ ਆ ਭਾਰਤੀ ਖਿੱਤੇ 'ਚ। ਹਜ਼ਾਰਾਂ ਸਾਲ ਵਿਅਕਤੀ ਪੂਜਾ ਹੋਈ ਹੈ, ਮੂਰਤੀ ਪੂਜਾ ਹੋਈ ਹੈ। ਤੇ ਵਿਅਕਤੀ ਮੂਰਤੀ ਪੂਜਾ ਦਾ ਮਤਲਬ ਸਿੱਧੇ ਤੌਰ 'ਤੇ ਹੈ ਕਿ ਬੰਦੇ ਨੂੰ ਕੁਝ ਆਈਡੀਅਲ ਦੇ ਦਿੱਤਾ ਜਾਂਦਾ, ਇਸ ਤਰੀਕੇ ਦੇ ਨਾਲ ਉਹਨੂੰ ਧਿਆਨ 'ਚ ਤਾਂ ਟਿਕਾ ਹੈ, ਤੇ ਇਸ ਕਿਸਮ ਦੀ ਬਾਤ ਹੋ ਗਈ। ਗੁਰੂ ਸਾਹਿਬ ਨੇ ਬੰਦੇ ਨੂੰ ਜਿਵੇਂ ਹੋਇਆ ਏ, ਹਾਲਾਂਕਿ ਜੇ ਆਪਾਂ ਇਸਲਾਮਿਕ ਸਕੂਲ ਆਫ ਥਾਟ ਦੇਖਦੇ ਹਾਂ ਤੇ ਉਹਨਾਂ ਨੇ ਮੂਰਤੀ ਪੂਜਾ ਤੋਂ ਲੋਕਾਂ ਨੂੰ ਵਰਜਿਆ। ਈਵਨ ਉਹਨਾਂ ਨੇ ਬੁੱਤ ਤੋੜੇ, ਮਤਲਬ ਬੁੱਤਾਂ ਨੂੰ ਲਿਟਰਲੀ ਤੌਰ 'ਤੇ ਤੋੜ ਕੇ ਜ਼ਮੀਨ 'ਚ ਦੱਬ ਕੇ ਉੱਤੇ ਮਸੀਤਾਂ ਬਣਾਤੀਆਂ। ਇਹ ਸਭ ਚੀਜ਼ਾਂ ਹੋਈਆਂ, ਵੱਡੇ ਗੰਜ ਉਸਾਰ ਦਿੱਤੇ ਇਸ ਤਰੀਕੇ ਦੇ ਨਾਲ। ਪਰ ਫਿਰ ਦੇਖਿਆ ਜਾਏ ਤੇ ਬੰਦੇ ਦੀ ਤੁਸੀਂ ਬਾਹਰ ਦੇ ਬੁੱਤ 'ਤੇ ਤੋੜ ਦਿਓਗੇ, ਜਿਹੜੇ ਬੰਦਾ ਸੁਰਤ 'ਚ ਲਈ ਫਿਰਦਾ ਬੁੱਤ, ਉਹਨਾਂ ਦਾ ਕੀ ਕਰੋਗੇ? ਬੰਦੇ ਨੇ ਇੱਕ ਬੁੱਤ ਛੱਡਿਆ, ਪੱਥਰ ਦਾ ਬੁੱਤ ਨਹੀਂ ਪੂਜਦਾ ਹੁਣ, ਤੇ ਹੁਣ ਕੋਈ ਹੋਰ ਬੁੱਤ ਪੂਜਣ ਲੱਗ ਗਿਆ। ਹੋਰ ਬੁੱਤਾਂ ਦੀ ਪੂਜਾ ਜਿਹੜੀ ਹੈ, ਖਿਆਲ ਸਭ ਤੋਂ ਵੱਡਾ ਬੁੱਤ ਆ। ਕਿਸੇ ਇੱਕ ਖਿਆਲ ਦੇ ਵਿੱਚ ਉਹਦੇ 'ਚ ਪੈ ਜਾਣਾ। ਇੱਥੇ ਮਹਾਰਾਜ ਕਹਿੰਦੇ ਗੁਰ ਚਰਨ ਪਿਆਰੇ, ਤੂੰ ਇੱਕ ਰਾਹ ਦਾ ਰਾਹਗੀਰ ਹੋ। ਤੇ ਇਹ ਰਾਹਗੀਰ ਗੁਰੂ ਕੀ ਹੈ? ਗੁਰੂ ਸਾਨੂੰ ਇੰਪਾਵਰਮੈਂਟ ਦਿੰਦਾ, ਸੋਝੀ ਦਿੰਦਾ, ਵਿਵੇਕ ਦਿੰਦਾ। ਤੇ ਇਹ ਕਹਿੰਦਾ ਤੁਸੀਂ ਕਿਸੇ ਲਕੀਰ ਦੇ ਫਕੀਰ ਨਹੀਂ ਬਣਨਾ। ਤੁਹਾਨੂੰ ਮਦਰ ਨੇਚਰ ਨੇ ਜਿਹੜਾ ਵਿਵੇਕ ਦਿੱਤਾ, ਇਨਸਟਿੰਕਟ ਦਿੱਤਾ ਹੈ, ਉਹਦਾ ਇਸਤੇਮਾਲ ਕਰਨਾ ਹੈ। ਵਿਵੇਕੀ ਹੋਣਾ ਹੈ। ਵਿਵੇਕੀ ਹੋ ਕੇ ਵਕਤੀ ਤੌਰ 'ਤੇ ਜਿਹੜੀ ਤੁਹਾਡੀ ਡਿਊਟੀ, ਫਰਜ਼ ਬਣਦਾ, ਉਹਨੂੰ ਨਿਭਾਉਣਾ ਆ। ਧਰਮ ਇਹ ਹੈ। ਧਰਮ ਕਿਸੇ ਇਕੱਲੀ ਪਰੰਪਰਾ ਨੂੰ ਪਾਲਣਾ ਨਹੀਂ ਹੁੰਦਾ। ਧਰਮ ਇੱਕ ਮਨੁੱਖੀ ਸਮਾਜ ਦੇ ਵਿੱਚ ਆਪਣੇ ਬਣਦੇ ਸਭ ਤੋਂ ਕਾਰਗਰ ਤੇ ਵਾਜਬ ਰੋਲ ਨੂੰ ਪਹਿਚਾਨਣਾ ਹੁੰਦਾ ਹੈ। ਤੇ ਇਹਦੇ ਵਿੱਚੋਂ ਹੀ ਬੰਦੇ ਨੇ, ਸਾਹਿਬ ਨੇ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਦੋ ਕੰਮ ਕਰਨੇ ਨੇ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਤੇ ਨਾ ਭੁੱਲੇ ਤੈਨੂੰ ਸਤਨਾਮ ਸ਼੍ਰੀ ਵਾਹਿਗੁਰੂ ਕਦੀ ਵੀ। ਦੂਸਰਾ ਤੇਰਾ ਕਰਮ ਮੈਲ ਵਾਲਾ ਨਾ ਹੋਏ। ਉਹ ਕੋਈ ਵੀ ਕੁਛ ਵੀ ਹੋ ਸਕਦਾ, ਉਹਦੇ ਮੈਲ ਦੇ ਸਵਾਰਥ, ਨਿਜਵਾਦ, ਕੋਈ ਵੀ ਚੀਜ਼ ਜਿਹੜੀ, ਇਹਦੇ ਤੋਂ ਆਪਣੇ ਆਪ ਨੂੰ ਬਚਾ। ਕਿਉਂਕਿ ਜਿਤਨਾ ਤੂੰ ਸਰਬੱਤ ਦੇ ਭਲੇ ਦੇ ਨਾਲ, ਮਤਲਬ ਸਾਰਿਆਂ ਦੀ ਵੈਲਬੀਂਗ ਲਈ ਐਫਰਟ ਪਾਏਗਾ, ਤੇਰੀ ਵੈਲਬੀਂਗ ਆਪੇ ਹੋਏਗੀ। ਜੇ ਤੂੰ ਸਾਰਿਆਂ ਦੀ ਵੈਲਬੀਂਗ ਦੀ ਬਜਾਏ ਸਾਰਿਆਂ ਦੇ ਮਤਲਬ ਨੁਕਸਾਨ ਵਿੱਚ ਆਪਣਾ ਫਾਇਦਾ ਲੱਭੇਗਾ, ਮੈਲ ਆ ਗਈ। ਇਸ ਮੈਲ 'ਚੋਂ ਕਿਸੇ ਦਾ ਭਲਾ ਨਹੀਂ ਹੋਇਆ। ਸਭ ਕਹਿੰਦੇ ਇਹ ਗੁਰੂ ਕੇ ਚਰਨ, ਇਹ ਵਿਚਾਰ, ਇਹ ਸਿੱਖਿਆ ਆਪਣੇ ਹਿਰਦੇ 'ਚ ਵਸਾ ਕੇ ਰੱਖ। ਭੂਲੇ ਮਾਰਗ ਜਿਨ੍ਹੇ ਬਤਾਇਆ। ਮਨੁੱਖਤਾ ਕੱਲ੍ਹ ਵੀ ਭੁੱਲੀ ਸੀ, ਅੱਜ ਵੀ ਭੁੱਲੀ ਲੱਗਦੀ ਹੈ, ਉਹਦੇ ਕੱਲ੍ਹ ਵੀ ਭੁੱਲ ਸਕਦੀ ਹੈ, ਪੋਸੀਬਿਲਿਟੀ ਹੈ। ਜੇ ਭੁੱਲਿਆਂ ਨੂੰ ਰਾਹ ਦੱਸੇਗਾ ਤੇ ਗੁਰੂ ਦੱਸੇਗਾ, ਉਹ ਗਿਆਨ ਦਾ ਉਹ ਦੀਵਾ ਦੱਸੇਗਾ। ਸਾਹਿਬ ਕਹਿੰਦੇ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਬੜ ਭਾਗੀ ਪਾਏ। ਭਾਗ ਜਾਗੇ ਕਿਤੇ, ਇਹੋ ਜਿਹਾ ਗੁਰ ਮਿਲਿਆ, ਇਹੋ ਜਿਹਾ ਸੰਸਥਾ ਮਿਲੀ, ਇੰਸਟੀਟਿਊਸ਼ਨ ਗੁਰੂ ਨਾਨਕ ਵਰਗਾ, ਜਿਨ੍ਹਾਂ ਨੇ ਭੁੱਲਿਆਂ ਨੂੰ ਰਾਹ ਪਾਇਆ ਤੇ ਦੱਸਿਆ ਭਾਈ ਆਹ ਸੱਚ ਦਾ ਰਾਹ ਹੈ। ਕਿਆ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਲੀਨਾ ਕਹਿੰਦੇ ਲੀਨ ਹੋ ਜਾਣਾ। ਜਦੋਂ
ਵਾਸ਼ਨਾ ਵਿੱਚ, ਕ੍ਰੋਧਾ ਬ੍ਰਿਤੀ, ਅਹੰਕਾਰ, ਛੋਟੇ ਛੋਟੇ ਇਹਨਾਂ ਚੀਜ਼ਾਂ ਦੇ ਮੁਫਾਦਾਂ 'ਚ ਬੰਦੇ ਦਾ ਮਨ ਪੂਰੀ ਤਰ੍ਹਾਂ ਖੰਚਿਤ ਹੋ ਗਿਆ। ਉਹਨੂੰ ਸਿਮਰਨ ਕਰਾ ਲਓ ਤੁਸੀਂ, ਕਿੱਥੇ ਸਿਮਰਨ ਹੋਏਗਾ? ਉਹ ਅੰਦਰ ਖਾਲੀ ਹੋਏਗਾ। ਵਸਤੂ ਅੰਦਰ ਵਸਤ ਮਾਵੈ ਦੂਜੀ ਹੋਵੇ। ਉਹ ਪਾਸੇ ਰੱਖੋਗੇ ਤਾਂ ਦੂਜੀ ਪਾਓਗੇ ਨਾ। ਜੇ ਪਹਿਲਾਂ ਭਾਂਡਾ ਮਿੱਟੀ ਨਾਲ ਭਰਿਆ ਤੇ ਉਹਦੇ 'ਚ ਕਹੋਗੇ ਹੁਣ ਮੈਂ ਇਹਦੇ 'ਚ ਨਾ ਕੁਝ ਹੋਰ ਪਾ ਦਿਆਂ, ਉਹ ਕੁੱਟ-ਕੁੱਟ ਕੇ ਤੇ ਮਿੱਟੀ ਭਰੀ ਇਹਦੇ ਤੋਂ, ਇਹ 'ਚ ਕੁਝ ਹੋਰ ਭਰਿਆ। ਉਹਨੂੰ ਤਾਂ ਉਸ ਰੂਪ 'ਚ ਕਿਹਾ ਕਿ ਜੇ ਲੀਨ ਉਹਦੇ 'ਚ ਹੋ ਗਿਆ। ਹਾਂ, ਗੁਰੂ ਨੇ ਕੀ ਕੀਤਾ? ਬੰਧਨ ਕਾਟ ਮੁਕਤ ਗੁਰੂ ਕੀ ਨਾ। ਗੁਰੂ ਨੇ ਬੰਧਨ ਕੱਟਤੇ। ਦੁੱਖ ਸੁੱਖ ਕਰਤ ਜਨਮ ਫਨਮੋਵਾ। ਇਸੇ ਹੀ ਕਦੀ ਇਹੋ ਜਿਹੇ ਹਾਲਾਤ, ਕਦੀ ਇਹੋ ਜਿਹੇ ਹਾਲਾਤ, ਹਾਸੇ ਰੋਣਿਆਂ 'ਚ ਰੋਂਦਾ ਤੇ ਹਾਸਿਆਂ 'ਚ ਗਵਾਚਦਾ ਹੋਇਆ ਬੰਦਾ ਜੀਵਨ ਬਤੀਤ ਕਰ ਗਿਆ। ਜੀਵਨ ਮੁੱਕ ਗਿਆ। ਚਰਨ ਕਮਲ ਗੁਰੂ ਆਸ਼ਰਮ ਦੀਆ। ਪਰ ਜੇ ਵਿਸ਼ਰਾਮ ਦੀ ਅਵਸਥਾ ਮਿਲੀ ਤਾਂ ਗੁਰੂ ਦੇ ਚਰਨਾਂ 'ਚ ਜਾ ਕੇ ਮਿਲੀ, ਕਿਉਂ ਗੁਰੂ ਦੇ ਰਾਹ ਦੇ ਉੱਤੇ ਹੋ ਕੇ। ਅਗਨ ਸਾਗਰ ਬੂੜ ਸੰਸਾਰ ਆਏ। ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ ਚੱਲ ਰਿਹਾ ਹੈ। ਨਾਨਕ ਬਾਹ ਪਕੜ ਸਤਿਗੁਰੂ ਨਿਸਤਾਰਾ। ਐਸਾ ਬੇਅੰਤ ਸਤਿਗੁਰੂ ਜੀ ਨੇ ਬਾਹ ਪਕੜ ਕੇ ਨਿਸਤਾਰਾ ਕਰਤਾ, ਬਾਹ ਪਕੜ ਕੇ ਕੱਢ ਲਿਆ ਵਿੱਚੋਂ। ਸਭ ਰਹਿਮਤ ਕਰਨ। ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਗੁਰਮਤੀਏ ਹੋ ਸਕੀਏ। ਇੰਨੀਆਂ ਬੇਨਤੀਆਂ ਨਾਲ ਖਿਮਾ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।